ਓਸ਼ੋ ਨੇ ਇੱਕ ਵਾਰੀ ਇਹ ਕਿਹਾ ਸੀਗਾ ਕਿ ਸਾਡਾ ਮੁਲਕ ਭਾਰਤ ਇਸ ਕਰਕੇ ਗਰੀਬ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਧਾਰਮਿਕ ਹੈ। ਜਿਹੜੇ ਧਾਰਮਿਕ ਲੋਕਾਂ ਦੇ ਵਿੱਚ ਜਿਹੜੀ ਇੱਕ ਅੰਧ ਸਰਦਾ ਦੀ ਭਾਵਨਾ ਹੁੰਦੀ ਹੈ, ਉਹਦਾ ਫਾਇਦਾ ਲੈ ਕੇ ਜਿਹੜੇ ਸਾਡੇ ਸਿਆਸਤਦਾਨ ਉਹ ਸਾਡੇ ਮੁਲਕ ਦੇ ਲੀਡਰ ਨੇ, ਉਹ ਜਨਤਾ ਨੂੰ ਗਲਤ ਪਾਸਿਆਂ 'ਚ ਮੋੜ ਦਿੰਦੇ ਨੇ। ਗੁਰਬਤ ਤੇ ਧਰਮ ਦਾ ਆਪਸ 'ਚ ਕਿੱਦਾਂ ਸੰਬੰਧ ਕਿਹਾ ਜਾ ਸਕਦਾ ਹੈ, ਜਾਂ ਫਿਰ ਜਾਣ ਬੁੱਝ ਕੇ ਸਿਆਸਤਦਾਨ ਜਿਹੜੇ ਨੇ ਉਹ ਇਸ ਸੰਬੰਧ ਨੂੰ ਧਰਮ ਔਰ ਸਿਆਸਤ ਦੇ ਸੰਬੰਧ ਨੂੰ ਜੋੜ ਦਿੰਦੇ ਕਹੇ ਜਾ ਸਕਦੇ ਨੇ। ਦੇਖੋ, ਗੁਰਬਤ ਦੇ ਤੇ ਧਰਮ ਦਾ ਕੋਈ ਸਿੱਧਾ ਸੰਬੰਧ ਤਾਂ ਹੈ ਨਹੀਂ ਜੀ। ਇਹ ਸਿੱਧਾ ਸੰਬੰਧ ਬਣਾ ਦਿੱਤਾ ਜਾਂਦਾ ਸਿਆਸਤਦਾਨਾਂ ਵੱਲੋਂ, ਜੀ, ਪੋਲੀਟੀਕਲ ਪਾਰਟੀਆਂ ਵੱਲੋਂ, ਜੀ। ਕਿਉਂਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਨਾ, ਇਹਨਾਂ ਨੇ ਕੁੱਲ ਮਿਲਾ ਕੇ ਲੋਕਾਂ ਦੇ ਨਾਲ ਧੋਖਾ ਹੀ ਕੀਤਾ। ਦੇ ਕਿਹੜਾ ਧਰਮ ਹੈ ਉਸ ਖਾਸ ਖਿੱਤੇ ਜਾਂ ਉਸ ਮੁਲਕ ਦੇ ਵਿੱਚ ਜਿਹਨੂੰ ਧਰਮ ਤੋਂ ਆਪਾਂ ਖਤਰਾ ਕਹਿ ਸਕਦੇ ਹਾਂ? ਜਿਹੜੇ ਧਰਮ ਨੂੰ ਮੰਨਣ ਵਾਲੀ ਆਬਾਦੀ ਮੈਜੋਰਟੀ ਵਿੱਚ ਹੁੰਦੀ ਹੈ, ਜਾਂ ਕਿਸੇ ਖਿੱਤੇ ਵਿੱਚ ਉਹ ਆਬਾਦੀ ਮੈਜੋਰਟੀ ਵਿੱਚ ਹੁੰਦੀ ਹੈ, ਉਹ ਜਗ੍ਹਾ ਤੇ ਉਹ ਹੀ ਧਰਮ ਖਤਰੇ 'ਚ ਆਉਂਦਾ। ਔਰ ਆਈਸਲੈਂਡ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਉਹ ਕਿਸੇ ਧਰਮ ਨੂੰ ਨਹੀਂ ਮੰਨਦੇ, ਪਰ ਉੱਥੇ ਜਿਹੜਾ ਪੀਸ ਹੈ, ਸ਼ਾਂਤੀ ਹੈ, ਗਲੋਬਲ ਪੀਸ ਇੰਡੈਕਸ ਵਿੱਚ ਸਭ ਤੋਂ ਅੱਗੇ, ਸਭ ਤੋਂ ਨੰਬਰ 1 ਤੇ ਹੈ। ਧਰਮਾਂ ਦਾ ਰੌਲਾ ਨਹੀਂ ਹੈਗਾ ਤੇ ਧਰਮ ਐਕਸਪਲਾਈਟ ਨਹੀਂ ਹੋਣਗੇ, ਧਰਮ ਐਕਸਪਲਾਈਟ ਨਹੀਂ ਹੋਣਗੇ ਤੇ ਸਿਆਸਤਦਾਨ ਲੋਕਾਂ ਨੂੰ ਇਹਨਾਂ ਮੁੱਦਿਆਂ ਤੇ ਮੋੜ ਨਹੀਂ ਪਾਉਣਗੇ। ਲਓ ਜੀ ਸੱਜਣੋ, ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ SMZ ਨਿਊਜ਼ 'ਚ ਤੇ ਮੈਂ ਹਾਂ ਵਰਿੰਦਰ। ਸੋ ਅੱਜ ਇੱਕ ਵਾਰ ਫਿਰ ਤੋਂ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਮਸ਼ਹੂਰ ਦਵਾ ਵਿਗਿਆਨੀ ਡਾਕਟਰ ਬਲਵਿੰਦਰ ਸਿੰਘ ਔਲਖ। ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਇੱਕ ਬੇਹੱਦ ਗੰਭੀਰ ਮੁੱਦੇ ਤੇ ਖਾਸ ਮੁੱਦੇ ਤੇ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਜੀ ਡਾਕਟਰ ਸਾਹਿਬ, SMZ ਸਟੂਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ ਡਾਕਟਰ ਸਾਹਿਬ, ਅੱਜ ਦਾ ਜਿਹੜਾ ਮੁੱਦਾ ਹੈ ਉਹ ਸਾਡਾ ਬਹੁਤ ਗੰਭੀਰ ਕਿਹਾ ਜਾ ਸਕਦਾ ਹੈ। ਅਸੀਂ ਗੱਲਬਾਤ ਕਰਾਂਗੇ ਅੱਜ ਇੱਕ ਖਾਸ ਮੁੱਦੇ ਤੇ ਜੀ, ਔਰ ਮੈਂ ਇਹ ਚਾਹਾਂਗਾ ਕਿ ਆਸਾਨ ਲਫ਼ਜ਼ਾਂ ਦੇ ਵਿੱਚ ਤੁਸੀਂ ਸਾਰੀ ਗੱਲਬਾਤ ਕਰੋ ਤਾਂ ਕਿ ਸਭਨਾਂ ਨੂੰ ਇਸ ਮੁੱਦੇ ਬਾਰੇ ਜੋ ਹੈ ਉਹ ਪਤਾ ਲੱਗ ਸਕੇ, ਜਾਣਕਾਰੀ ਮਿਲ ਸਕੇ, ਕਿਉਂਕਿ ਇਹ ਜਿਹੜਾ ਮੁੱਦਾ ਹੈ ਬੌਧਿਕ ਤੌਰ ਤੇ ਕਾਫੀ ਉੱਚਾ ਮੰਨਿਆ ਜਾਂਦਾ ਹੈ ਔਰ ਕਈ ਵਿਦਵਾਨਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਚਰਚਾ ਵੀ ਜਿਹੜੀ ਹੈ ਹੁੰਦੀ ਰਹਿੰਦੀ ਹੈ। ਹਾਂਜੀ। ਸੋ ਜਿਸ ਤਰੀਕੇ ਦੇ ਨਾਲ ਸਾਨੂੰ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ, ਅਸੀਂ ਅਕਸਰ ਕਿਤਾਬਾਂ ਤੁਸੀਂ ਪੜ੍ਹਦੇ ਰਹਿੰਦੇ ਹੋ ਔਰ ਕਾਫੀ ਤੁਸੀਂ ਸੂਝਵਾਨ ਹੈਗੇ ਹੋ, ਦੁਨੀਆ ਨੂੰ, ਸਮਾਜ ਨੂੰ ਬੜੇ ਨੇੜੇ ਤੋਂ ਤੁਸੀਂ ਵਿਚਾਰਦੇ ਹੋ, ਜਾਣਦੇ ਹੋ। ਓਸ਼ੋ ਨੇ ਇੱਕ ਵਾਰੀ ਇਹ ਕਿਹਾ ਸੀਗਾ ਕਿ ਸਾਡਾ ਮੁਲਕ ਭਾਰਤ ਇਸ ਕਰਕੇ ਗਰੀਬ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਧਾਰਮਿਕ ਹੈ। ਜੀ। ਓਸ਼ੋ ਦੇ ਇਹਨਾਂ ਲਫ਼ਜ਼ਾਂ ਨੂੰ ਤੁਸੀਂ ਕਿਵੇਂ ਸਮਝਦੇ ਹੋ? ਦੇਖੋ, ਅਗਰ ਤੁਸੀਂ ਇਹਦੇ ਬਾਰੇ ਜਾਣਕਾਰੀ ਤੁਸੀਂ ਰੱਖਦੇ ਹੋ ਤਾਂ ਤੁਹਾਨੂੰ ਯਾਦ ਹੋਏਗਾ ਕਿ ਓਸ਼ੋ ਨੇ ਇਹਦੇ ਬਾਰੇ ਕਾਫੀ ਡਿਟੇਲ ਦੇ ਵਿੱਚ ਸਮਝਾਇਆ ਵੀ ਸੀ ਤੇ ਉਹਨਾਂ ਨੇ ਕਾਫੀ ਟਾਈਮ ਵੀ ਲਿਆ ਸੀ ਇਹਦੇ ਉੱਤੇ। ਤੇ ਉਹਨਾਂ ਦਾ ਮੋਟਾ-ਮੋਟਾ ਲੱਭਲਵਾਬ ਇਹ ਸੀਗਾ, ਉਹ ਕਹਿੰਦੇ ਸੀਗੇ ਕਿ ਸਾਡਾ ਦੇਸ਼ ਬੜਾ ਗਰੀਬ ਹੈ ਕਿਉਂਕਿ ਇੱਥੇ ਲੋਕ ਬਹੁਤ ਜ਼ਿਆਦਾ ਧਾਰਮਿਕ ਨੇ। ਔਰ ਉਹਨਾਂ ਨਾਲ ਇਹ ਵੀ ਕਿਹਾ ਸੀ ਕਿ ਅਗਰ ਇਹ ਇੰਨਾ ਜ਼ਿਆਦਾ ਧਾਰਮਿਕ ਮੁਲਕ ਨਾ ਹੁੰਦਾ ਤਾਂ ਹੋ ਸਕਦਾ ਹੈ ਕਿ ਇਹ ਮੁਲਕ ਇੰਨਾ ਗਰੀਬ ਵੀ ਨਾ ਹੁੰਦਾ। ਉਹਨਾਂ ਦਾ ਮਤਲਬ ਇਹ ਸੀਗਾ ਕਿ ਜਿਹੜੇ ਧਾਰਮਿਕ ਲੋਕਾਂ ਦੇ ਵਿੱਚ ਜਿਹੜੀ ਇੱਕ ਅੰਧ ਸਰਦਾ ਦੀ ਭਾਵਨਾ ਹੁੰਦੀ ਹੈ, ਉਹਦਾ ਫਾਇਦਾ ਲੈ ਕੇ ਜਿਹੜੇ ਸਾਡੇ ਸਿਆਸਤਦਾਨ ਨੇ, ਉਹ ਸਾਡੇ ਮੁਲਕ ਦੇ ਲੀਡਰ ਨੇ, ਉਹ ਜਨਤਾ ਨੂੰ ਗਲਤ ਪਾਸਿਆਂ 'ਚ ਮੋੜ ਦਿੰਦੇ ਨੇ। ਤੇ ਇਹੋ ਹੀ ਉਹਨਾਂ ਦਾ ਭਾਵ ਸੀਗਾ ਤੇ ਇਹਨੂੰ ਹੀ ਉਹਨਾਂ ਨੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਵੈਸੇ ਦੇਖਿਆ ਜਾਵੇ ਨਾ, ਸਾਡੇ ਮੁਲਕ ਭਾਰਤ ਦੇ ਵਿੱਚ ਕਈ ਤਰ੍ਹਾਂ ਦੇ ਧਰਮ ਨੇ ਔਰ ਸੈਕੂਲਰ ਮੁਲਕ ਹੈ ਸਾਡਾ, ਹੈ ਨਾ। ਸੋ ਬੜੀ ਜਿਹੜੀ ਸ਼ਰਧਾ ਭਾਵਨਾ ਲੋਕਾਂ ਦੇ ਵਿੱਚ ਹੈ ਵੱਖ-ਵੱਖ ਧਰਮਾਂ ਨੂੰ ਲੈ ਕੇ। ਜਿਸ ਵੀ ਧਰਮ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਆਪਣੇ ਧਰਮਾਂ ਦੇ ਵਿੱਚ ਬੜੀ ਆਸਥਾ ਵੀ ਹੁੰਦੀ ਹੈ ਤੇ ਇੱਕ ਬਹੁਤ ਜ਼ਿਆਦਾ ਜੁੜਾਵ ਜਿਹੜਾ ਹੈਗਾ ਉਹ ਮੰਨਿਆ ਜਾਂਦਾ ਹੈ। ਗੁਰਬਤ ਤੇ ਧਰਮ ਦਾ ਆਪਸ 'ਚ ਕਿੱਦਾਂ ਸੰਬੰਧ ਕਿਹਾ ਜਾ ਸਕਦਾ ਹੈ, ਜਾਂ ਫਿਰ ਜਾਣ ਬੁੱਝ ਕੇ ਸਿਆਸਤਦਾਨ ਜਿਹੜੇ ਨੇ ਉਹ ਇਸ ਸੰਬੰਧ ਨੂੰ ਧਰਮ ਔਰ ਸਿਆਸਤ ਦੇ ਸੰਬੰਧ ਨੂੰ ਜੋੜ ਦਿੰਦੇ ਕਹੇ ਜਾ ਸਕਦੇ ਨੇ? ਦੇਖੋ, ਗੁਰਬਤ ਦੇ ਤੇ ਧਰਮ ਦਾ ਕੋਈ ਸਿੱਧਾ ਸੰਬੰਧ ਤਾਂ ਹੈ ਨਹੀਂ ਜੀ। ਇਹ ਸਿੱਧਾ ਸੰਬੰਧ ਬਣਾ ਦਿੱਤਾ ਜਾਂਦਾ ਸਿਆਸਤਦਾਨਾਂ ਵੱਲੋਂ,
ਜੀ ਪੋਲੀਟੀਕਲ ਪਾਰਟੀਆਂ ਵੱਲੋਂ, ਜੀ ਕਿਉਂਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਨਾ, ਇਹਨਾਂ ਨੇ ਕੁੱਲ ਮਿਲਾ ਕੇ ਲੋਕਾਂ ਦੇ ਨਾਲ ਧੋਖਾ ਹੀ ਕੀਤਾ। ਤੇ ਜਦੋਂ ਇਹਨਾਂ ਨੂੰ ਪਤਾ ਚੱਲ ਜਾਂਦਾ ਕਿ ਅਸੀਂ ਲੋਕਾਂ ਨਾਲ ਜੋ ਵਾਅਦੇ ਕਰਕੇ ਆਏ ਸੀ ਉਹ ਤਾਂ ਅਸੀਂ ਪੂਰੇ ਕੀਤੇ ਨਹੀਂ, ਤੇ ਲੋਕੀ ਸਾਡੇ ਕੋਲੋਂ ਹਿਸਾਬ ਮੰਗਣਗੇ, ਜਵਾਬ ਮੰਗਣਗੇ, ਫਿਰ ਇਹ ਲੋਕਾਂ ਨੂੰ ਧਾਰਮਿਕ ਮੁੱਦਿਆਂ 'ਚ ਉਲਝਾ ਦਿੰਦੇ ਨੇ। ਉਹ ਧਾਰਮਿਕ ਮੁੱਦਿਆਂ 'ਚ ਲੋਕ ਉਲਝ ਕੇ ਰਹਿ ਜਾਂਦੇ ਨੇ, ਔਰ ਦੇਸ਼ ਗਰੀਬ ਦਾ ਗਰੀਬ ਰਹਿ ਜਾਂਦਾ, ਔਰ ਇਹਨਾਂ ਸਿਆਸਤਦਾਨਾਂ ਦਾ ਮਸਲਾ ਹੱਲ ਹੋ ਜਾਂਦਾ। ਇਸੇ ਕਰਕੇ ਇਹ ਜਿਹੜਾ ਧਰਮ ਤੇ ਗੁਰਬਤ ਦਾ ਰਿਸ਼ਤਾ ਨਾ, ਉਹ ਹੈ ਨਹੀਂ, ਬਣਾ ਦਿੱਤਾ ਗਿਆ ਜੀ। ਅੱਛਾ, ਧਰਮਾਂ ਨੂੰ ਲੈ ਕੇ ਖਤਰਾ ਹੋ ਸਕਦਾ ਹੈ, ਇਸ ਨਾਲ ਸਿਆਸਤ ਦਾ ਕੀ ਲੈਣਾ ਦੇਣਾ? ਠੀਕ ਹੈ, ਔਰ ਕੋਈ ਖਾਸ ਖਿੱਤਾ ਜਾਂ ਕੋਈ ਖਾਸ ਮੁਲਕ ਜਿਹੜਾ ਹੈਗਾ, ਅਸੀਂ ਕਹਿ ਸਕਦੇ ਹਾਂ ਕਿ ਉੱਥੋਂ ਦੇ ਕਿਹੜਾ ਧਰਮ ਹੈ ਉਸ ਖਾਸ ਖਿੱਤੇ ਜਾਂ ਉਸ ਮੁਲਕ ਦੇ ਵਿੱਚ ਜਿਹਨੂੰ ਧਰਮ ਤੋਂ ਆਪਾਂ ਖਤਰਾ ਕਹਿ ਸਕਦੇ ਹਾਂ? ਦੇਖੋ, ਅਗਰ ਮੈਂ ਤੁਹਾਨੂੰ ਇਹਨੂੰ ਸਮਝਾਵਾਂਗਾ ਕਿ ਲੋਕਾਂ ਦੀ ਸਮਝ ਵਿੱਚ ਆਏ, ਤੇ ਹੋ ਸਕਦਾ ਤੁਹਾਨੂੰ ਮੇਰੀਆਂ ਗੱਲਾਂ ਕੁਝ ਨਾਗਵਾਰ ਗੁਜ਼ਰਨ, ਔਰ ਮੈਂ ਕੁਝ ਇਹੋ ਜਿਹੇ ਸ਼ਬਦ ਵੀ ਯੂਜ਼ ਕਰਾਂ ਜਿਹਦੇ ਉੱਤੇ ਤੁਸੀਂ ਚਾਹੇ ਟੂੰ ਦੀ ਆਵਾਜ਼ ਚਲਾ ਦਿਓ, ਔਰ ਮੈਨੂੰ ਖੈਰ ਇਹਦੇ ਨਾਲ ਕੋਈ ਬੁਰਾ ਵੀ ਨਹੀਂ ਲੱਗੇਗਾ, ਕਿਉਂਕਿ ਜਦੋਂ ਮੈਂ ਸਮਝਾਵਾਂਗਾ ਤੇ ਮੈਨੂੰ ਉਹ ਗੱਲਾਂ ਉਵੇਂ ਕਹਿਣੀਆਂ ਪੈਣੀਆਂ ਨੇ। ਇਹਦੇ ਵਿੱਚ ਮੁੱਖ ਨੁਕਤਾ ਇਹ ਹੈ ਕਿ ਦੁਨੀਆ ਦੇ ਜਿਹੜੇ ਮੁਲਕ ਵਿੱਚ ਜਿਹੜੇ ਧਰਮ ਨੂੰ ਮੰਨਣ ਵਾਲੀ ਆਬਾਦੀ ਮੈਜੋਰਟੀ ਵਿੱਚ ਹੁੰਦੀ ਹੈ, ਜਾਂ ਕਿਸੇ ਖਿੱਤੇ ਵਿੱਚ ਉਹ ਆਬਾਦੀ ਮੈਜੋਰਟੀ ਵਿੱਚ ਹੁੰਦੀ ਹੈ, ਉਹ ਜਗ੍ਹਾ ਤੇ ਉਹ ਹੀ ਧਰਮ ਖਤਰੇ 'ਚ ਆਉਂਦਾ। ਜਿਵੇਂ ਹਿੰਦੁਸਤਾਨ ਹੈ, ਹਿੰਦੁਸਤਾਨ ਦੇ ਵਿੱਚ ਜਿਵੇਂ 143 ਕਰੋੜ ਦੀ ਆਬਾਦੀ ਹੈ, 143 ਕਰੋੜ ਆਬਾਦੀ ਦੇ ਵਿੱਚ ਇੱਕ ਖਾਸ ਧਰਮ ਨੂੰ ਮੰਨਣ ਵਾਲਿਆਂ ਦੀ ਆਬਾਦੀ ਕਰੀਬ 80% ਹੈ, ਤੇ ਤੁਸੀਂ ਮੰਨ ਕੇ ਚੱਲੋ ਕਿ ਇੱਥੇ ਉਹ ਹੀ ਧਰਮ ਖਤਰੇ 'ਚ ਆਉਣਾ, ਬਾਰ-ਬਾਰ ਆਉਣਾ, ਔਰ ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਵੀ ਕੀਤਾ ਜਾਣਾ। ਔਰ ਜਿਵੇਂ ਅਸੀਂ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਵੀ ਇੱਕ ਖਾਸ ਹੋਰ ਧਰਮ ਹੈ ਜਿਹੜਾ ਮੈਜੋਰਟੀ ਵਿੱਚ ਹੈ, ਤੇ ਉੱਥੇ ਪੰਜਾਬ ਵਿੱਚ ਉਹ ਧਰਮ ਖਤਰੇ 'ਚ ਆ ਜਾਂਦਾ। ਕਸ਼ਮੀਰ ਦੇ ਵਿੱਚ ਇੱਕ ਹੋਰ ਧਰਮ ਹੈ, ਜੰਮੂ ਕਸ਼ਮੀਰ ਦੇ ਵਿੱਚ, ਉਹ ਮੈਜੋਰਟੀ ਵਿੱਚ ਹੈ ਲੋਕ ਜੀ, ਉੱਥੇ ਉਹ ਧਰਮ ਖਤਰੇ 'ਚ ਆ ਜਾਂਦਾ। ਬਾਰਡਰ ਪਾਰ ਕਰ ਜਾਈਏ, ਪਾਕਿਸਤਾਨ 'ਚ ਚਲੇ ਜਾਈਏ, ਉੱਥੇ ਕਰੀਬ 97.8% ਲੋਕ ਜਿਹੜੇ ਨੇ ਉਹ ਇੱਕ ਖਾਸ ਧਰਮ ਨੂੰ ਮੰਨਦੇ ਨੇ, ਉੱਥੇ ਉਹ ਧਰਮ ਹਮੇਸ਼ਾ ਖਤਰੇ 'ਚ ਹੀ ਰਹਿੰਦਾ। ਅੱਗੇ ਅਫਗਾਨਿਸਤਾਨ ਆ, ਅਫਗਾਨਿਸਤਾਨ ਦੇ ਵਿੱਚ 99.3% ਲੋਕ ਇੱਕ ਖਾਸ ਧਰਮ ਨੂੰ ਮੰਨਦੇ ਨੇ, ਔਰ ਉੱਥੇ ਉਹ ਧਰਮ ਪਤਾ ਨਹੀਂ ਕਦੋਂ ਦਾ ਹਮੇਸ਼ਾ ਹੀ ਖਤਰੇ 'ਚ ਹੈ। ਇੱਕ ਹੋਰ ਮੁਲਕ ਅੱਗੇ ਈਰਾਨ, ਉੱਥੇ 99.6% ਲੋਕ ਉਹ ਇੱਕ ਖਾਸ ਧਰਮ ਨੂੰ ਮੰਨਦੇ ਨੇ, ਉਹ ਧਰਮ ਵੀ ਖਤਰੇ 'ਚ ਰਹਿੰਦਾ। ਇਹਦੇ 'ਚ ਇੱਕ ਕਲਾਸੀਕਲ ਐਗਜ਼ਾਮਪਲ ਇਹ ਆਉਂਦੀ ਆ ਜਰਮਨੀ ਦੀ। ਜਰਮਨੀ ਦੇ ਵਿੱਚ ਕੀ ਹੋਇਆ ਸੀਗਾ ਕਿ ਉੱਥੇ ਕਰੀਬ 95% ਲੋਕ ਇੱਕ ਖਾਸ ਧਰਮ ਨੂੰ ਮੰਨਦੇ ਸੀਗੇ, ਬੜਾ ਲਿਬਰਲ ਧਰਮ ਅੱਜ ਕੱਲ੍ਹ ਮੰਨਿਆ ਜਾਂਦਾ, ਉਸ ਧਰਮ ਨੂੰ ਮੰਨਦੇ ਸੀ, ਤੇ 3-4% ਲੋਕ ਵਿਚਾਰੇ ਯਹੂਦੀ ਧਰਮ ਨੂੰ ਮੰਨਦੇ ਸੀ। ਉੱਥੇ ਜਿਹੜੇ 3-4% ਯਹੂਦੀ ਸੀ, ਉਹਨਾਂ ਕੋਲੋਂ ਉਹ ਧਰਮ ਖਤਰੇ 'ਚ ਆ ਗਿਆ ਜਿਹਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ 95% ਸੀ, ਔਰ ਉਹਦਾ ਰਿਜ਼ਲਟ ਇਹ ਨਿਕਲਿਆ ਕਿ 60 ਲੱਖ ਯਹੂਦੀ ਗੈਸ ਚੈਂਬਰਾਂ ਵਿੱਚ ਸਾੜ ਕੇ ਮਾਰ ਦਿੱਤੇ ਗਏ। 15-15 ਦਿਨ ਦੇ ਬੱਚੇ, 2-2 ਮਹੀਨੇ ਦੇ ਬੱਚੇ, 6-6 ਮਹੀਨੇ ਦੇ ਬੱਚੇ ਜਨਾਨੀਆਂ ਕੋਲੋਂ ਖੋ ਕੇ ਪੁਲਿਸ ਵਾਲਿਆਂ ਨੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਸਿਰਾਂ 'ਚ ਗੋਲੀਆਂ ਮਾਰੀਆਂ, ਔਰ ਉਹ ਲੋਕ ਮਾਰ ਦਿੱਤੇ ਗਏ। ਧਰਮ ਦਾ ਜਿਹੜਾ ਹੈ, ਜਦੋਂ ਕੋਈ ਧਰਮ ਖਤਰੇ 'ਚ ਆਉਂਦਾ ਨਾ, ਜਦੋਂ ਉਹ ਸਿਆਸਤ ਦੇ ਵਿੱਚ ਆਉਂਦਾ ਨਾ, ਤੇ ਇਹੋ ਜਿਹੇ ਕਹਾਣ ਹੁੰਦੇ ਆ। ਇੱਕ ਹੋਰ ਕਲਾਸੀਕਲ ਐਗਜ਼ਾਮਪਲ ਆ, ਥੋੜ੍ਹੀ ਜਿਹੀ ਗਾਂਹ ਚਲੇ ਜਾਈਏ, ਸੁਡਾਨ ਨਾਂ ਦਾ ਇੱਕ ਮੁਲਕ ਆ, ਅੱਜ ਕੱਲ੍ਹ 2 ਖਿੱਤਿਆਂ 'ਚ ਵੰਡਿਆ ਜਾ ਚੁੱਕਿਆ, ਇੱਕ ਉੱਤਰੀ ਸੁਡਾਨ ਤੇ ਇੱਕ ਦੱਖਣੀ ਸੁਡਾਨ। ਉੱਤਰੀ ਸੁਡਾਨ ਦੇ ਵਿੱਚ ਇੱਕ ਧਰਮ ਨੂੰ ਮੰਨਦੇ ਨੇ ਲੋਕ, ਉਹ ਧਰਮ ਉੱਥੇ ਖਤਰੇ 'ਚ ਰਹਿੰਦਾ, ਔਰ ਦੱਖਣੀ ਸੁਡਾਨ ਦੇ ਵਿੱਚ ਦੂਜੇ ਧਰਮ ਨੂੰ ਲੋਕ ਮੰਨਦੇ ਨੇ, ਤੇ ਉੱਥੇ ਉਹ ਖਤਰੇ 'ਚ ਰਹਿੰਦਾ। ਉੱਥੇ ਇਸਲਾਮ ਤੇ ਕ੍ਰਿਸਚੈਨਿਟੀ ਦਾ ਇੱਦਾਂ ਦਾ ਆਪੋ 'ਚ ਘਾਲ ਮੇਲ ਆ, ਇੱਕ ਦੇ ਵਿੱਚ ਉਹ ਮੈਜੋਰਟੀ 'ਚ ਨੇ, ਇੱਕ 'ਚ ਉਹ ਮੈਜੋਰਟੀ ਨੇ। ਜਿੱਥੇ ਉਹ ਮੈਜੋਰਟੀ ਨੇ ਉੱਥੇ ਉਹਨਾਂ ਦਾ ਧਰਮ ਖਤਰੇ 'ਚ ਆ, ਜਿੱਥੇ ਦੂਜੇ ਮੈਜੋਰਟੀ 'ਚ ਨੇ ਉੱਥੇ ਉਹਨਾਂ ਦਾ ਧਰਮ ਖਤਰੇ 'ਚ ਆ ਜਾਂਦਾ। ਬਾਕੀ ਦੁਨੀਆ ਦੇ ਕਿੰਨੇ ਮੁਲਕਾਂ ਦੇ ਵਿੱਚ ਗੰਦ ਪਏ ਹੋਏ ਨੇ, ਨਾਈਜੀਰੀਆ ਕਹਿ ਲਓ, ਅਲਜੀਰੀਆ ਕਹਿ ਲਓ, ਕਹਿੰਦੇ ਸੋਮਾਲੀਆ ਕਹਿ ਲਓ, ਮਾਲੀ ਕਹਿ ਲਓ, 50-60 ਮੁਲਕਾਂ ਦੇ ਨਾਂ ਤੁਹਾਨੂੰ ਮੈਂ ਇੱਥੇ ਬੈਠਾ ਗਿਣਾ ਸਕਦਾ, ਜਿੱਥੇ ਵੀ ਸਿਆਸਤ ਦਾ ਧਰਮ ਦੇ ਵਿੱਚ ਕਾਲਮੇਲ ਹੋਇਆ, ਔਰ ਇਹਦੇ ਨਾਲ ਜਿਹੜਾ ਮੈਜੋਰਟੀ ਧਰਮ ਆ ਉਹ ਖਤਰੇ 'ਚ ਆਉਂਦਾ, ਤੇ ਜਿਹੜੀ ਵਿਚਾਰੇ ਮਿਨਾਰਟੀ ਨੇ ਉਹਨਾਂ ਦੇ ਵਿਚਾਰੇ ਉਹਦੇ ਕਹਿੰਦੇ ਸਾਨੂੰ ਜੀਣ ਦਿਓ, ਉਹਨਾਂ ਦਾ ਧਰਮ ਨਹੀਂ ਕਦੇ ਖਤਰੇ 'ਚ ਆਉਂਦਾ, ਪਰ ਘਾਣ ਉਹਨਾਂ ਦਾ ਹੋ ਜਾਂਦਾ। ਇਹ ਮਾੜੀ ਗੱਲ। ਡਾਕਟਰ ਸਾਹਿਬ, ਇੱਕ ਨਾ ਮੈਂ ਰਿਪੋਰਟ ਦੇਖ ਰਿਹਾ ਸੀਗਾ, ਵੈਸੇ ਤੇ ਹਰ ਸਾਲ ਉਹ ਰਿਪੋਰਟ ਆਉਂਦੀ ਹੈ ਤੇ ਮੈਂ ਕਈ ਵਾਰੀ ਦੇਖਦਾ ਤੇ ਬੜਾ ਹੈਰਾਨ ਹੁੰਦਾ ਹੈ, ਗਲੋਬਲ ਪੀਸ ਇੰਡੈਕਸ। ਉਹਦੇ 'ਚ ਵੇਖਿਆ ਗਿਆ ਕਿ ਆਈਸਲੈਂਡ ਜਿਹੜਾ ਮੁਲਕ ਹੈ, ਆਬਾਦੀ ਬੇਸ਼ੱਕ ਬਹੁਤ ਥੋੜ੍ਹੀ ਹੈ,
ਉਸ ਮੁਲਕ ਦੇ ਵਿੱਚ ਵੱਡੀ ਗਿਣਤੀ, ਮੈਂ ਕਹਿੰਦਾ 90% ਤੋਂ ਜ਼ਿਆਦਾ ਹੀ ਹੋਊਗੀ ਗਿਣਤੀ ਉਹਨਾਂ ਦੀ, ਜਿਹੜੇ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ, ਨਾਨ ਬਿਲੀਵਰ ਇਨ ਗੋਡ ਕਿਹਾ ਜਾ ਸਕਦੇ ਨੇ। ਔਰ ਆਈਸਲੈਂਡ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਉਹ ਕਿਸੇ ਧਰਮ ਨੂੰ ਨਹੀਂ ਮੰਨਦੇ, ਪਰ ਉੱਥੇ ਜਿਹੜਾ ਪੀਸ ਹੈ, ਸ਼ਾਂਤੀ ਹੈ, ਗਲੋਬਲ ਪੀਸ ਇੰਡੈਕਸ ਵਿੱਚ ਸਭ ਤੋਂ ਅੱਗੇ, ਸਭ ਤੋਂ ਨੰਬਰ 1 ਤੇ ਹੈ। ਸਾਡੇ ਮੁਲਕ ਦੇ ਵਿੱਚ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਧਾਰਮਿਕ ਸਥਾਨ ਜਿਹੜੇ ਨੇ, ਕਿਸੇ ਵੀ ਤਰ੍ਹਾਂ ਦੇ ਲਾ ਲਓ, ਸਭ ਤੋਂ ਜ਼ਿਆਦਾ ਧਾਰਮਿਕ ਸਥਾਨ ਦੁਨੀਆ ਦੇ ਸਾਡੇ ਭਾਰਤ ਦੇ ਵਿੱਚ ਨੇ। ਪਰ ਬਾਵਜੂਦ ਇੱਥੇ ਤੁਸੀਂ ਉਹ ਚੀਜ਼ਾਂ ਜਿਹੜੀਆਂ ਨੇ, ਉਹ ਮਤਲਬ ਜੋ ਹੋਣਾ ਚਾਹੀਦਾ, ਜਿਸ ਢੰਗ ਨਾਲ ਰਿਪੋਰਟਾਂ ਆਉਂਦੀਆਂ ਨੇ, ਉਹਦੇ ਵਿੱਚ ਸਾਡਾ ਮੁਲਕ ਜਿਹੜਾ ਹੈਗਾ, ਉਹਦੇ ਵਿੱਚ 100 ਗਲੋਬਲ ਪੀਸ ਇੰਡੈਕਸ ਜਿਹੜਾ ਆਇਆ 163 ਮੁਲਕਾਂ ਦਾ, ਇਹਦੇ ਵਿੱਚ ਹਿੰਦੁਸਤਾਨ ਦੀ ਰੈਂਕਿੰਗ ਹੈ ਉਹ 135ਵੇਂ ਨੰਬਰ ਤੇ ਹੈ। ਯਾਨੀ ਕਿ ਜਿੱਥੇ ਸ਼ਾਂਤੀ ਜਿਹੜੀ ਆ ਉਹ ਮਤਲਬ ਘਟਦੀ ਜਾਂਦੀ ਹੈ। ਇੱਕ ਨੰਬਰ ਮਤਲਬ ਸਭ ਤੋਂ ਜ਼ਿਆਦਾ ਸ਼ਾਂਤ, ਪੀਸਫੁਲ, 135 ਨੰਬਰ, 163 ਚ 135 ਨੰਬਰ ਦੀ ਰੈਂਕਿੰਗ ਜਿਹੜੀ ਹੈ ਬੜੀ ਬੁਰੀ ਮੰਨੀ ਜਾਂਦੀ ਹੈ। ਹੁਣ ਦੂਜੇ ਪਾਸੇ ਅਸੀਂ ਭੂਟਾਨ ਵਰਗੇ ਮੁਲਕ ਨੂੰ ਲੈ ਲਈਏ। ਭੂਟਾਨ ਦਾ ਜਿਹੜੀ ਜਿਸ ਢੰਗ ਨਾਲ ਬਾਕੀ ਮੁਲਕਾਂ ਦੀ ਜਿਹੜੀ ਤਰੱਕੀ ਹੈ ਉਹ GDP ਦੇ ਨਾਲ ਨਾਪੀ ਜਾਂਦੀ ਹੈ ਕਿ ਭਾਈ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹੜਾ GDP ਇਸ ਮੁਲਕ ਦੀ ਇੰਨੀ ਹੈ, ਪਰ ਭੂਟਾਨ ਦੇ ਵਿੱਚ ਜਿਹੜੀ ਮਾਪੀ ਜਾਂਦੀ ਹੈ ਉਹ ਗ੍ਰੋਸ ਹੈਪੀਨੈਸ ਇੰਡੈਕਸ ਦੇ ਨਾਲ, ਸੌਰੀ ਉਹ ਨਾਪਿਆ ਜਾਂਦਾ ਜੀ, ਉਹਦੇ ਨਾਲ ਗ੍ਰੋਸ ਨੈਸ਼ਨਲ ਹੈਪੀਨੈਸ ਦੇ ਨਾਲ ਉਹਨੂੰ ਮੈਜ਼ਰ ਕੀਤਾ ਜਾਂਦਾ ਵੀ ਇਹ ਕੰਟਰੀ ਜਿਹੜੀ ਹੈ, ਇਹ ਕਿੰਨੇ ਲੋਕ ਇਸ ਦੇਸ਼ ਦੇ ਵਿੱਚ ਅੰਦਰ ਖੁਸ਼ ਨੇ। ਸੋ ਮਤਲਬ ਕਿ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਧਰਮ ਤੇ ਬਹੁਤ ਚੰਗੀ ਚੀਜ਼ ਮੰਨੀ ਜਾਂਦੀ ਹੈ, ਰੱਬ ਦੇ ਨਾਲ ਜੁੜਾਵ ਦਾ ਜਿਹੜਾ ਇੱਕ ਮੁੱਖ ਚੀਜ਼ ਮੰਨੀ ਜਾਂਦੀ ਹੈ। ਸਾਡੇ ਬਹੁਤ ਸਾਰੇ ਧਾਰਮਿਕ ਸੰਤਾਂ ਨੇ ਵੀ ਸ਼ਾਂਤੀ, ਪਿਆਰ ਦਾ ਪਾਠ ਪੜ੍ਹਾਇਆ ਹੈਗਾ। ਕਿਸੇ ਵੀ ਧਰਮ ਦੇ ਵਿੱਚ ਲਾ ਲਓ ਤੁਸੀਂ, ਹਮੇਸ਼ਾ ਸ਼ਾਂਤੀ ਔਰ ਪਿਆਰ ਦਾ ਪਾਠ ਪੜ੍ਹਾਇਆ ਜਾਂਦਾ। ਪਰ ਕਾਰਨ ਕੀ ਹੈ ਕਿ ਸਿਆਸਤਦਾਨ ਕਿਸ ਢੰਗ ਨਾਲ ਧਰਮਾਂ ਦੇ ਵਿੱਚ ਵੜ ਕੇ ਜਾਂ ਧਰਮਾਂ ਦੇ ਵਿੱਚ ਸੇਂਧਮਾਰੀ ਕਰਕੇ ਇਸ ਨੂੰ ਮਤਲਬ ਲੋਕਾਂ ਨੂੰ, ਆਮ ਇਨਸਾਨਾਂ ਨੂੰ, ਧਰਮਾਂ ਨੂੰ ਇੱਕ ਦੂਸਰੇ ਦੇ ਜਿਹੜੇ ਵਿਰੋਧ ਦੇ ਵਿੱਚ ਖੜਾ ਕਰ ਦਿੰਦੇ ਨੇ। ਦੇਖੋ, ਗੁਰੂ ਨਾਨਕ ਪਾਤਸ਼ਾਹ ਨੇ ਇੱਕ ਗੱਲ ਕਹੀ ਸੀ, ਅਵਲ ਅੱਲਾ ਨੂਰ ਪਾਇਓ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਓ, ਕੌਣ ਭਲੇ ਕੋ ਮੰਦੇ। ਔਰ 10ਵੇਂ ਪਾਤਸ਼ਾਹ ਨੇ ਇਹ ਗੱਲ ਕਹੀ ਸੀ, ਏਕ ਪਿਤਾ ਏਕਸ ਕੇ ਹਮ ਬਾਰਕ। ਇਹ ਗੱਲਾਂ ਮਹਾਂਪੁਰਸ਼ਾਂ ਨੇ ਤਾਂ ਬੜੀਆਂ ਕਲੀਅਰ ਦੱਸੀਆਂ। ਵਾਸੂਦੇਵ ਕੁਟੰਬਕਮ ਦਾ ਜਿਹੜਾ ਇੱਕ ਸਾਡੇ ਵੇਦਾਂ 'ਚ ਵੀ ਲਿਖਿਆ ਹੋਇਆ, ਉਹ ਸਾਡੀ ਸੰਸਕ੍ਰਿਤੀ ਦਾ ਇੱਕ ਹਿੱਸਾ ਵੀ ਹੈਗਾ। ਇਹ ਗੱਲਾਂ ਜਿਹੜੀਆਂ ਨੇ ਇਹੋ ਹੀ ਨੇ, ਮੂਲ ਮੰਤਰ ਇਹੋ ਹੀ ਨੇ ਜੀ। ਇਹ ਤੋਂ ਇੱਧਰ ਉੱਧਰ ਵੀ ਅਸੀਂ ਜਾਵਾਂਗੇ ਤੇ ਅਸੀਂ ਭਟਕ ਜਾਵਾਂਗੇ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜਾ ਤੁਸੀਂ ਮੁਲਕ ਦਾ ਨਾਂ ਲਿਆ, ਆਈਸਲੈਂਡ ਨਾਂ ਲਿਆ, ਆਈਸਲੈਂਡ ਜਾਂ ਨੋਰਡਿਕ ਕੰਟਰੀ ਜਿੰਨੇ ਵੀ ਨੇ, ਸਵਿਟਜ਼ਰਲੈਂਡ ਹੋ ਗਿਆ, ਨਾਰਵੇ ਹੋ ਗਿਆ, ਡੈਨਮਾਰਕ ਹੋ ਗਿਆ, ਫਿਨਲੈਂਡ ਹੋ ਗਿਆ, ਇਹ ਜਿੰਨੇ ਵੀ ਮੁਲਕ ਹੈਗੇ ਨੇ, ਸਵਿਟਜ਼ਰਲੈਂਡ ਵੀ ਨਾ ਜਾ ਗਿਆ, ਤੇ ਇਹ ਜਿਹੜੇ ਮੁਲਕ ਨੇ ਇਹਨਾਂ ਦੇ ਵਿੱਚ ਜਿਹੜੇ ਲੋਕ ਇੰਨਾ ਜ਼ਿਆਦਾ ਹੈਪੀਨੈਸ ਇੰਡੈਕਸ ਹੈ ਔਰ ਜਿਹੜਾ ਉੱਥੇ ਮਤਲਬ ਲੋਕਾਂ ਦਾ ਜਿਹੜਾ ਜੀਵਨ ਸਤਰ ਆ ਉਹ ਵੀ ਬੜਾ ਉੱਚਾ ਹੈ। ਉਹਦੇ ਨਾਲ ਸਭ ਤੋਂ ਜ਼ਰੂਰੀ ਚੀਜ਼ ਇਹ ਦੇਖਣ ਨੂੰ ਮਿਲਦੀ ਹੈ ਕਿ ਉੱਥੇ ਜਿਹੜੇ ਲੋਕ ਨਾਸਤਿਕ ਨੇ ਜੀ, ਉਹਨਾਂ ਦੀ ਆਬਾਦੀ ਕਰੀਬ 80% ਤੋਂ ਉੱਪਰ ਹੈ, ਕਿਤੇ ਕਿਤੇ ਤਾਂ 90-93% ਵੀ ਹੈਗੀ ਹੈ। ਤੇ ਉਹ ਲੋਕ ਦੇਖੋ, ਉਹ ਲੋਕ ਰੱਬ ਨੂੰ ਮੰਨਦੇ ਹੀ ਨਹੀਂ, ਇਨਕਾਰੀ ਨੇ ਹੈ, ਔਰ ਉਹ ਲੋਕ ਇੰਨੀ ਜ਼ਿਆਦਾ ਖੁਸ਼ ਰਹਿੰਦੇ ਨੇ ਔਰ ਤਰੱਕੀ ਕੀਤੀ ਹੈ। ਔਰ ਦੂਜੀ ਗੱਲ, ਤੁਸੀਂ ਭੂਟਾਨ ਦਾ ਜ਼ਿਕਰ ਕੀਤਾ, ਭੂਟਾਨ ਦੇ ਵਿੱਚ ਕੋਈ ਇੰਡਸਟਰੀ ਨਹੀਂ ਹੈਗੀ। ਇਹਨਾਂ ਮੁਲਕਾਂ 'ਚ ਵੀ ਕੋਈ ਇੰਡਸਟਰੀ ਨਹੀਂ ਹੈਗੀ, ਜਿੰਨੇ ਮੁਲਕਾਂ ਦੇ ਮੈਂ ਨਾਂ ਗਿਣਿਆ ਨਾ, ਇਹ ਇੰਡਸਟਰੀਅਲ ਕੰਟਰੀ ਨਹੀਂ ਹੈਗੇ। ਅੱਜ ਤੱਕ ਇੰਡਸਟਰੀ ਉੱਥੇ ਆਈ ਨਹੀਂ, ਅੱਜ ਤੱਕ ਅਜੇ ਵੀ ਖੇਤੀਬਾੜੀ ਵਿਵਸਥਾ 'ਤੇ ਹੀ ਚੱਲਦਾ, ਉਹ ਕੰਮ ਡੇਅਰੀ 'ਤੇ ਚੱਲਦਾ ਜਾਂ ਹੋਰ ਚੀਜ਼ਾਂ 'ਤੇ ਚੱਲਦਾ। ਉਹ ਇਹਦੇ ਬਾਵਜੂਦ ਵੀ ਉੱਥੇ ਲੋਕਾਂ ਦੀ ਤਰੱਕੀ ਇੰਨੀ ਜ਼ਿਆਦਾ ਵਾ, ਇੰਨੀ ਤਰੱਕੀ ਜ਼ਿਆਦਾ ਵਾ ਕਿ ਉੱਥੋਂ ਦੀਆਂ ਸਰਕਾਰਾਂ ਕੋਲ ਸਰਪਲਸ ਪੈਸਾ ਵੀ ਹੈ। ਔਰ ਸਰਕਾਰਾਂ ਉੱਥੇ ਫਿਨਲੈਂਡ ਦੀ ਸਰਕਾਰ ਨੇ ਤਾਂ ਡਿਕਲੇਅਰ ਕਰ ਦਿੱਤਾ, ਸਵਿਟਜ਼ਰਲੈਂਡ ਦੀ ਨੇ, ਕਿ ਸਾਡੇ ਕੋਲੋਂ ਹਰ ਨਾਗਰਿਕ $2000 ਮਹੀਨੇ ਦਾ ਲੈ ਲੇ। ਤੇ ਲੋਕਾਂ ਨੇ ਨਾ ਕਰ ਦਿੱਤੀ, ਕਹਿੰਦੇ ਸਾਨੂੰ ਲੋੜ ਹੀ ਨਹੀਂ। ਹੁਣ ਦੱਸੋ ਵੀ ਜਿਹਨੂੰ $2000 ਮਹੀਨੇ ਦਾ ਮਿਲ ਰਿਹਾ, ਯਾਨੀ ਕਿ 1,60,000 ਮਹੀਨੇ ਦਾ ਮਿਲ ਰਿਹਾ, ਔਰ ਉਹ ਬੰਦਾ ਕਹਿ ਰਿਹਾ ਮੈਂ ਨਹੀਂ ਲੈਣੇ, ਇਹਦਾ ਮਤਲਬ ਉਹ ਬੰਦਾ ਚੋਰੀ ਤੇ ਕਰੇਗਾ ਨਹੀਂ, ਉਹ ਬੰਦਾ ਕੋਈ ਕ੍ਰਾਈਮ ਵੀ ਨਹੀਂ ਕਰੇਗਾ। ਉਹਨਾਂ 'ਚ ਕਿੰਨਿਆਂ ਮੁਲਕਾਂ 'ਚ ਜੇਲ੍ਹਾਂ ਖਾਲੀ ਹੋ ਗਈਆਂ, ਹੁਣ ਤਾਂ ਜੇਲ੍ਹਾਂ ਉਹਨਾਂ ਨੇ ਬੰਦ ਵੀ ਕਰ ਦਿੱਤੀਆਂ। ਉਹ ਕਹਿਣ ਦਾ ਮਤਲਬ ਕਿ ਉਹ ਅਸਲੀ ਤਰੱਕੀ ਉੱਥੇ ਹੋ ਰਹੀ ਹੈ ਜਿੱਥੇ ਧਰਮਾਂ ਦਾ ਰੌਲਾ ਹੀ ਨਹੀਂ ਹੈ। ਧਰਮਾਂ ਦਾ ਰੌਲਾ ਨਹੀਂ ਹੈਗਾ ਤੇ ਧਰਮ ਐਕਸਪਲਾਇਟ ਨਹੀਂ ਹੋਣਗੇ, ਧਰਮ ਐਕਸਪਲਾਇਟ ਨਹੀਂ ਹੋਣਗੇ ਤੇ ਸਿਆਸਤਦਾਨ ਲੋਕਾਂ ਨੂੰ ਇਹਨਾਂ ਮੁੱਦਿਆਂ ਤੇ ਮੋੜ ਨਹੀਂ ਪਾਉਣਗੇ। ਉਹਨਾਂ ਨੂੰ ਦੇਣੀ ਪਏਗੀ ਡਿਵੈਲਪਮੈਂਟ, ਉਹਨਾਂ ਨੂੰ ਦੇਣਾ ਪਏਗਾ ਰੁਜ਼ਗਾਰ, ਉਹਨਾਂ ਨੂੰ ਦੇਣੀ ਪਏਗੀ ਖੁਸ਼ਹਾਲੀ, ਉਹਨਾਂ ਨੂੰ ਦੇਣਾ ਪਏਗਾ ਬੱਚਿਆਂ ਦਾ ਰੋਸ਼ਨ ਭਵਿੱਖ, ਔਰ ਉਹ ਦੇ ਰਹੇ ਨੇ, ਕਿਉਂਕਿ ਧਰਮ ਦਾ ਮੁੱਦਾ ਐਕਸਪਲਾਇਟ ਕਰਨ ਵਾਸਤੇ ਹੈ ਨਹੀਂਗਾ। ਅਸਲੀ ਮੁੱਦਿਆਂ ਤੇ ਹੀ ਰਹਿਣਾ ਉਹਨਾਂ ਨੇ, ਔਰ ਅਸਲੀ ਮੁੱਦੇ ਡਿਲੀਵਰ ਹੋ ਰਹੇ ਨੇ। ਔਰ ਇੰਡਸਟਰੀ ਨਾ ਹੋਣ ਦੇ ਬਾਵਜੂਦ ਵੀ ਉਹ ਮੁਲਕ ਅੱਜ ਇੰਨੇ ਤਰੱਕੀ ਵਿੱਚ ਨੇ। ਇਹ ਗੱਲ ਨੋਟ ਕਰਨ ਦੇ ਲਾਇਕ ਹੈ। ਧਾਰਮਿਕ ਹੋਣਾ ਕੋਈ ਮਾੜੀ ਗੱਲ ਤੇ ਨਹੀਂ ਹੈ, ਧਾਰਮਿਕ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਧਰਮ ਦੇ ਨਾਂ ਦੇ ਉੱਤੇ ਜਦੋਂ ਤੁਸੀਂ ਸਿਆਸਤ ਕਰਕੇ ਜਦੋਂ ਨਫ਼ਰਤ ਫੈਲਾਉਂਦੇ ਹੋ ਉਹਨੂੰ, ਦੁਨੀਆ ਤੇ ਇੱਕ ਵਿਚਾਰਧਾਰਾ ਹੈ
ਉਹ ਵਿਚਾਰਧਾਰਾ ਦਾ ਸਿਹਰਾ ਜਾਂਦਾ ਦੁਨੀਆ ਦੇ ਵਿੱਚ ਇੱਕ ਆਦਮੀ ਜਿਹਨੂੰ ਸ਼ਾਇਦ ਲੋਕੀ ਸ਼ੈਤਾਨ ਦਾ ਹੀ ਅਵਤਾਰ ਮੰਨਦੇ ਨੇ ਅੱਜ ਦੀ ਤਰੀਕ ਵਿੱਚ, ਔਰ ਦੁਨੀਆ ਦਾ ਸਭ ਤੋਂ ਜ਼ਿਆਦਾ ਨਫ਼ਰਤ ਕੀਤੀ ਜਾਂਦੀ ਹੈ ਉਸ ਸ਼ਖਸ ਨੂੰ, ਉਹਦਾ ਨਾਂ ਸੀ ਅਡੋਲਫ ਹਿਟਲਰ। ਉਹ ਬੰਦਾ ਇੱਕ ਵਿਚਾਰਧਾਰਾ ਲੈ ਕੇ ਆਇਆ ਸੀ ਨਾਜ਼ੀਵਾਦ। ਉਹਦੀ ਪਾਰਟੀ ਦਾ ਨਾਂ ਸੀ ਨਾਜ਼ੀ ਪਾਰਟੀ। ਨਾਜ਼ੀ ਪਾਰਟੀ ਤਾਂ ਖਤਮ ਹੋ ਗਈ, ਪਰ ਉਹ ਨਾਜ਼ੀਵਾਦ ਦੀ ਵਿਚਾਰਧਾਰਾ ਰਹਿ ਗਈ। ਹੁਣ ਦੁਨੀਆ ਦੇ ਵਿੱਚ ਇੱਕ ਬੜਾ ਟੈਕਨੀਕਲ ਪੁਆਇੰਟ ਆ ਇਹਦੇ ਵਿੱਚ, ਦੁਨੀਆ 'ਚ ਚੱਲ ਕੀ ਰਿਹਾ? ਪੂੰਜੀਵਾਦ। ਪੂੰਜੀਵਾਦ ਇੱਕ ਸਿਸਟਮ ਇਹੋ ਜਿਹਾ ਜਿਹੜਾ ਬੇਇਨਸਾਫੀ ਤੇ ਆਧਾਰਿਤ ਆ, ਨਾ ਬਰਾਬਰੀ ਤੇ ਆਧਾਰਿਤ ਆ, ਜਿਹੜਾ ਲੋਕਾਂ ਦੇ ਵਿੱਚ ਪਾਲਾ ਕਰਦਾ ਹੈ। ਔਰ ਇਹ ਸਿਸਟਮ ਇਸ ਕਰਕੇ ਬੜਾ ਕਮਜ਼ੋਰ ਹੈ। ਤੇ ਇਹ ਸਿਸਟਮ ਨੇ ਕਦੇ ਵੀ ਖਤਰੇ 'ਚ ਆ ਜਾਂਦਾ, ਔਰ ਜਦੋਂ ਇਹ ਖਤਰੇ 'ਚ ਆ ਜਾਂਦਾ ਫਿਰ ਇਹਨੂੰ ਪਤਾ ਲੱਗਦਾ ਕਿ ਸਰਵਾਈਵ ਕਰਨ ਵਾਸਤੇ ਇਹ ਫਿਰ ਨਾਜ਼ੀਵਾਦੀ ਵਿਚਾਰਧਾਰਾ ਨੂੰ ਗਾੜੀ ਲੈ ਕੇ ਆਉਂਦੇ ਨੇ। ਧਰਮਾਂ ਦਾ ਮੁੱਦਾ ਲੋਕਾਂ 'ਚ ਲੈ ਆਉਂਦੇ ਨੇ। 7 ਮੁੱਦਿਆਂ ਤੇ ਨਾਜ਼ੀਵਾਦ ਚੱਲਦਾ: ਧਰਮ, ਜਾਤ, ਰੰਗ, ਨਸਲ, ਇਲਾਕਾ, ਬੋਲੀ, ਪਹਿਰਾਵਾ। ਜਦੋਂ ਦੇਸ਼ ਦੀ ਸਿਆਸਤ, ਕਿਸੇ ਮੁਲਕ ਦੀ ਸਿਆਸਤ ਜਦੋਂ ਅਸਲੀ ਮੁੱਦਿਆਂ ਤੋਂ ਭਟਕ ਕੇ ਧਰਮ ਤੇ ਆਏਗੀ, ਜਾਤ ਤੇ ਆਏਗੀ, ਰੰਗ ਤੇ ਆਏਗੀ, ਨਸਲ ਤੇ ਆਏਗੀ, ਇਲਾਕੇ ਤੇ ਆਏਗੀ, ਬੋਲੀ ਤੇ ਆਏਗੀ, ਪਹਿਰਾਵੇ ਤੇ ਆਏਗੀ, ਸਮਝੋ ਕਿ ਉਹ ਜਿਹੜੀ ਸਿਆਸਤ ਆ ਉਹ ਗਲਤ ਦਿਸ਼ਾ 'ਚ ਚਲੀ ਗਈ। ਉਹਦੇ 'ਚ ਧਰਮ ਨੰਬਰ 1 ਤੇ ਹੈ। ਜਦੋਂ ਧਰਮ ਦੇ ਨਾਂ ਤੇ ਸਿਆਸਤ ਹੋਏਗੀ ਔਰ ਉਹ ਜਿਹੜੀਆਂ ਅਸਲੀ ਮੁੱਦੇ ਨੇ, ਲੋਕਾਂ ਦੇ ਰੁਜ਼ਗਾਰ ਹੈ, ਤਰੱਕੀ ਆ, ਬੇਰੁਜ਼ਗਾਰੀ ਆ, ਕਿਸਾਨ ਨੇ, ਬੱਚੇ ਨੇ, ਬੁੜੇ ਨੇ, ਤਰੱਕੀ, ਹੈਲਥ ਹੈ, ਮੈਡੀਕਲ ਹੈ, ਐਜੂਕੇਸ਼ਨ ਹੈ, ਉਧਰੋਂ ਸਿਆਸਤ ਭਟਕੇਗੀ ਔਰ ਲੋਕਾਂ ਨੂੰ ਜਿਹੜੀ ਆ ਡਿਵੈਲਪਮੈਂਟ ਦੀ ਬਜਾਏ ਫਿਰ ਲੋਕੀ ਧਰਮ ਦੇ ਵਿੱਚ ਉਲਝ ਕੇ ਰਹਿ ਜਾਣਗੇ। ਸਿਆਸਤਦਾਨਾਂ ਦੀਆਂ ਤੇ ਮੌਜਾਂ ਹੀ ਮੌਜਾਂ ਨੇ। ਉਹਨਾਂ ਨੇ ਨਾ ਕੁਝ ਕਰਨਾ ਹੁੰਦਾ, ਨਾ ਕੁਝ ਡਿਲੀਵਰ ਕਰਨਾ ਹੁੰਦਾ, ਤੇ ਉਹਨਾਂ ਨੇ ਤੇ ਕੀ ਕਹਿੰਦੇ ਹੁੰਦੇ ਨਾ, ਕਹਿੰਦੇ ਆ ਬਿੱਲੀ ਦੇ ਭਾਗਾਂ ਨੂੰ ਛਿੱਕਾ ਟੁੱਟਿਆ। ਇਸ ਕਰਕੇ ਲੋਕਾਂ ਨੂੰ ਚਾਹੀਦਾ ਕਿ ਜਦੋਂ ਵੀ ਸਿਆਸਤ ਆਏ ਇਹਨਾਂ ਮੁੱਦਿਆਂ ਦੇ ਉੱਤੇ ਤੇ ਲੋਕ ਚੇਤਨ ਹੋਣ ਤੇ ਸਿਆਸਤਦਾਨਾਂ ਨੂੰ ਕਟਹਿਰੇ 'ਚ ਖੜਾ ਕਰਨ। ਜੀ ਅੱਛਾ ਡਾਕਟਰ ਸਾਹਿਬ, ਤੁਸੀਂ ਵਿਗਿਆਨੀ ਹੋ। ਹਾਂਜੀ। ਤੁਹਾਡਾ ਜਿਹੜਾ ਫਾਰਮੂਲਿਆਂ ਦੇ ਨਾਲ ਤੁਹਾਡਾ ਬੜਾ ਜੁੜਾਵ ਰਹਿੰਦਾ ਹੈ। ਕੋਈ ਵੀ ਚੀਜ਼ ਹੋਵੇ ਉਹ ਫਾਰਮੂਲਾ ਤੁਸੀਂ ਲੱਭਦੇ ਹੋ। ਤੁਸੀਂ ਕੋਈ ਇਹੋ ਜਿਹਾ ਫਾਰਮੂਲਾ ਵੀ ਇਜਾਦ ਕੀਤਾ ਹੈ ਕਿ ਲੋਕ ਜਿਹੜੇ ਹੈ ਉਹ ਧਰਮਾਂ ਦੇ ਝਗੜੇ ਤੋਂ ਉੱਪਰ ਉੱਠ ਜਾਣ, ਜਾਂ ਸਿਆਸਤਦਾਨਾਂ ਦੀਆਂ ਚਾਲਾਂ ਜਿਹੜੀਆਂ ਨੇ ਜਾਂ ਧਰਮ ਦੇ ਠੇਕੇਦਾਰ ਨੇ ਇਹਨਾਂ ਦੀਆਂ ਚਾਲਾਂ ਨੂੰ ਸਮਝ ਕੇ ਆਪਸੀ ਪਿਆਰ ਰੱਖਣ, ਤਾਂ ਜੋ ਪੂਰੀ ਦੁਨੀਆ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ ਜਿਹੜੀ ਹੈ ਉਹ ਸ਼ਾਂਤੀ ਕਾਇਮ ਹੋ ਸਕੇ, ਤਰੱਕੀ ਹੋ ਸਕੇ? ਦੇਖੋ ਇਹਦੇ ਵਿੱਚ, ਦੇਖੋ ਮੈਂ ਸਾਇੰਟਿਸਟ ਹਾਂ ਜੀ। ਸਾਡੇ ਫੀਲਡ 'ਚ ਕੰਪੀਟੀਸ਼ਨ ਨਹੀਂ ਹੁੰਦਾ ਜੀ। ਅਸੀਂ ਸਾਇੰਟਿਸਟ ਕੋਈ ਦੂਜੇ ਸਾਇੰਟਿਸਟ ਨਾਲ ਕੰਪੀਟੀਸ਼ਨ ਨਹੀਂ ਕਰਦਾ। ਸਾਡਾ ਕੰਪੀਟੀਸ਼ਨ ਹੁੰਦਾ ਹੀ ਨਹੀਂ। ਅਸੀਂ ਉਹਨਾਂ ਦੀ ਚੰਗੀਆਂ ਗੱਲਾਂ ਨੂੰ ਅਡਾਪਟ ਕਰਦੇ ਹਾਂ। ਇੱਦਾਂ ਹੀ ਜਿਹੜੀ ਤੁਸੀਂ ਹੁਣ ਸਵਾਲ ਪੁੱਛਿਆ ਵੀ ਕੋਈ ਫਾਰਮੂਲਾ ਹੈਗਾ, ਤੇ ਉਹ ਫਾਰਮੂਲਾ ਮੇਰਾ ਨਹੀਂ ਹੈਗਾ, ਉਹ ਫਾਰਮੂਲਾ ਵਿਦਵਾਨਾਂ ਦਾ ਕੱਢਿਆ ਹੋਇਆ। ਵਿਦਵਾਨਾਂ ਨੇ ਸਾਨੂੰ ਇਹ ਦੱਸਿਆ ਸੀਗਾ ਕਿ ਦੇਖੋ ਤੁਸੀਂ ਲੋਕਾਂ ਨੇ ਚੇਤਨ ਰਹਿਣਾ। ਫਾਰਮੂਲਾ ਇੰਨਾ ਹੀ ਆ ਕਿ ਜਿਹੜਾ ਮੈਂ ਤੁਹਾਨੂੰ ਨਾਜ਼ੀਵਾਦ ਦਾ ਫਾਰਮੂਲਾ ਦੱਸਿਆ, ਧਰਮ, ਜਾਤ, ਰੰਗ, ਨਸਲ, ਇਲਾਕਾ, ਬੋਲੀ, ਪਹਿਰਾਵਾ। ਜਦੋਂ ਵੀ ਤੁਹਾਡੇ ਮੁਲਕ ਦੀ ਸਿਆਸਤ ਇਹਨਾਂ ਮੁੱਦਿਆਂ ਤੇ ਭਟਕੇ, ਜਾਂ ਸਿਆਸਤਦਾਨ ਜਾਂ ਜਿਹੜੀ ਤੁਹਾਡੀ ਸਰਕਾਰ ਆ ਉਹ ਇਹਨਾਂ ਮੁੱਦਿਆਂ ਤੇ ਭਟਕਾਏ, ਤੁਸੀਂ ਇਹ ਗੱਲ ਨੂੰ ਖਿਆਲ ਰੱਖਣਾ ਹੈਗਾ ਕਿ ਤੁਸੀਂ ਸਿਆਸਤ ਨੂੰ ਭਟਕਣ ਨਹੀਂ ਦੇਣਾ। ਜਦੋਂ ਕੋਈ ਤੁਹਾਨੂੰ ਕਹਿੰਦਾ ਕਿ ਤੁਹਾਡਾ ਧਰਮ ਖਤਰੇ 'ਚ ਆ, ਤੁਸੀਂ ਕਹੋ ਭਰਾ ਤੇਰਾ ਧਰਮ ਖਤਰੇ 'ਚ ਹੋਏਗਾ, ਮੇਰਾ ਨਹੀਂ ਹੈਗਾ। ਕੋਈ ਕਹੇਗਾ ਤੇਰੀ ਜਾਤੀ ਪਹਿਚਾਣ ਖਤਰੇ 'ਚ ਆ, ਉਹ ਕਹੇਗਾ ਤੇਰੀ ਜਾਤੀ ਪਹਿਚਾਣ ਖਤਰੇ 'ਚ ਹੋਏਗੀ, ਮੇਰੀ ਨਹੀਂ ਹੈਗੀ, ਮੈਂ ਤਾਂ ਠੀਕ ਹਾਂ। ਫਿਰ ਰੰਗ ਦੇ ਉੱਤੇ ਕੋਈ ਕਾਲਾ ਹੈ, ਕੋਈ ਗੋਰਾ ਹੈ। ਫਿਰ ਨਸਲ ਹੈ, ਇਹ ਨਸਲ ਆ ਜੀ, ਇਹ ਤੇ ਮੰਗੋਲ ਨਸਲ ਦਾ ਬੰਦਾ, ਇਹ ਕਕੇਸੀਅਨ ਨਸਲ ਦਾ ਬੰਦਾ, ਇਹ ਇੰਡੀਅਨ ਆ, ਇਹ ਸਾਊਥ ਏਸ਼ੀਅਨ ਆ। ਮਤਲਬ ਇਹਨਾਂ ਗੱਲਾਂ ਦੇ ਉੱਤੇ। ਇਲਾਕਾ, ਜਿਵੇਂ ਕੋਈ ਕਹਦੇ ਯਾਰ ਹਰਿਆਣੇ ਵਾਲੇ ਲੁੱਟ ਕੇ ਖਾ ਗਏ ਪੰਜਾਬ ਨੂੰ, ਤੇ ਹਰਿਆਣੇ ਵਾਲੇ ਕਹਿਣ ਪੰਜਾਬੀ ਸਾਨੂੰ ਲੁੱਟ ਕੇ ਖਾ ਗਏ। ਇਹਨਾਂ ਮੁੱਦਿਆਂ 'ਤੇ ਨਹੀਂ ਜਾਣਾ ਹੈ। ਇਲਾਕਾ। ਫਿਰ ਬੋਲੀ, ਕੋਈ ਕਹੇਗਾ ਯਾਰ ਪੰਜਾਬੀ ਨਾਲ ਬੜਾ ਧੱਕਾ ਹੁੰਦਾ, ਉਹਨੂੰ ਕਹੇ ਯਾਰ ਪੰਜਾਬੀ ਨਾਲ ਧੱਕਾ ਹੁੰਦਾ ਹੋਏਗਾ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਇਹਨਾਂ ਮੁੱਦਿਆਂ 'ਚ ਨਹੀਂ ਉਲਝਣਾ। ਫਿਰ ਪਹਿਰਾਵਾ, ਯਾਰ ਫਲਾਣੇ ਬੰਦੇ ਨੇ ਤੇ ਪੈਂਟ ਕਮੀਜ਼ ਪਾਈ ਹੋਈ ਆ, ਉਹ ਮੇਰੇ ਵਰਗਾ ਹੈਗਾ, ਉਹ ਤੇ ਚਾਦਰ ਬੰਨਦਾ, ਉਹ ਤੇ ਮੇਰੇ ਵਰਗਾ ਹੈ ਹੀ ਨਹੀਂ। ਉਹ ਤੇ ਟੋਪੀ ਲਾਉਂਦਾ ਪਾਰਸੀਆਂ ਵਰਗੀ, ਉਹ ਤੇ ਕੋਈ ਹੋਰ ਪਹਿਰਾਵਾ ਕਰਦਾ, ਕੋਈ ਤਿਲਕ ਲਾਉਂਦਾ। ਇਹਨਾਂ ਗੱਲਾਂ ਤੇ ਅਸੀਂ ਨਹੀਂ ਉਲਝਣਾ। ਇਹ 7 ਮੁੱਦਿਆਂ ਤੋਂ ਬਚਣਾ ਹੈ। ਇਹੋ ਹੀ ਫਾਰਮੂਲਾ ਹੈ, ਵਿਦਵਾਨਾਂ ਨੇ ਇਹੋ ਹੀ ਦਿੱਤਾ ਹੈ। ਇਹ ਕੋਈ ਮੇਰਾ ਫਾਰਮੂਲਾ ਨਹੀਂ ਹੈਗਾ, ਔਰ ਇਹਨੂੰ ਹੀ ਅਸੀਂ ਅਡਾਪਟ ਕਰਨਾ। ਕੋਈ ਧਰਮ ਕਦੀ ਖਤਰੇ 'ਚ ਨਹੀਂ ਹੁੰਦਾ, ਕੋਈ ਜਾਤੀ ਪਹਿਚਾਣ ਖਤਰੇ 'ਚ ਨਹੀਂ ਹੁੰਦੀ, ਕੋਈ ਰੰਗ, ਨਸਲ, ਇਲਾਕਾ, ਬੋਲੀ, ਪਹਿਰਾਵਾ ਕੋਈ ਖਤਰੇ 'ਚ ਨਹੀਂ ਹੁੰਦਾ। ਸਿਆਸਤਦਾਨ ਜਿਹੜੇ ਨੇ ਉਹ ਡਿਲੀਵਰ ਨਹੀਂ ਕਰਦੇ, ਉਹ ਲੋਕਾਂ ਨੂੰ ਡਿਵੈਲਪਮੈਂਟ ਤਾਂ ਦਿੰਦੇ ਨਹੀਂ, ਉਲਟੇ ਮੁੱਦਿਆਂ 'ਚ ਫਸਾ ਦਿੰਦੇ ਨੇ। ਲੋਕ ਜਦੋਂ ਸਵਾਲ ਕਰਦੇ ਨੇ ਤਾਂ ਧਰਮ ਦੀ ਗੋਦੀ 'ਚ ਜਾ ਕੇ ਬਹਿ ਜਾਂਦੇ ਨੇ, ਜਾਤ ਦੀ ਗੋਦੀ 'ਚ ਬਹਿ ਜਾਂਦੇ ਨੇ, ਬੋਲੀ ਇਲਾਕੇ ਦੀ ਗੋਦੀ 'ਚ ਜਾ ਕੇ ਬਹਿ ਜਾਂਦੇ ਨੇ। ਇਹੋ ਹੀ ਫਾਰਮੂਲਾ ਹੈ, ਇਹੋ ਹੀ ਮੈਸੇਜ ਲੋਕਾਂ ਨੂੰ ਦੇਣਾ, ਬਸ ਇੰਨੀ ਹੀ ਗੱਲ ਕਹਿਣਾ। ਜੀ ਬਿਲਕੁਲ ਡਾਕਟਰ ਸਾਹਿਬ, ਬੜੀਆਂ ਤੁਸੀਂ ਬੇਹੱਦ ਚੰਗੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ, ਤੇ ਮੈਂ ਸਮਝਦਾ ਕਿ ਸਾਨੂੰ ਸਭਨਾਂ ਨੂੰ ਧਰਮ ਨਾਲ ਜ਼ਰੂਰ ਜੁੜਨਾ ਚਾਹੀਦਾ, ਕਿਉਂਕਿ ਇਸ ਤੋਂ ਬਗੈਰ ਗਤੀ ਵੀ ਨਹੀਂ ਹੈਗੀ। ਧਾਰਮਿਕ ਹੋਣਾ ਚਾਹੀਦਾ ਹੈ, ਔਰ ਗੁਰੂਆਂ, ਪੀਰਾਂ, ਪੈਗੰਬਰਾਂ ਦੇ ਅਸੂਲਾਂ 'ਤੇ ਚੱਲਣਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਦੀ, ਗੋਡ ਦੀ, ਉਸ ਮਾਲਕ ਦੀ ਕੋਈ ਜਾਤ ਤੇ ਕੋਈ ਹੈ ਹੀ ਨਹੀਂ, ਕੋਈ ਧਰਮ ਤੇ ਹੈ ਹੀ ਨਹੀਂ, ਉਹ ਸਭਨਾਂ ਦਾ।
ਸਭਨਾਂ ਦਾ ਬਾਪ ਇੱਕੋ ਹੀ ਹੈ, ਏਕ ਓੰਕਾਰ ਜਿਹਨੂੰ ਆਪਾਂ ਕਹਿੰਦੇ ਉਹ ਸਾਰਿਆਂ ਦਾ। ਲੇਕਿਨ ਸਾਨੂੰ ਸਮਝਣਾ ਚਾਹੀਦਾ ਕਿ ਜਿਹੜੇ ਧਰਮ ਦੇ ਠੇਕੇਦਾਰ ਨੇ ਜਾਂ ਸਿਆਸਤਦਾਨ ਨੇ, ਉਹ ਆਪਸ ਦੇ ਵਿੱਚ, ਸਾਡੇ ਮੁਲਕਾਂ ਦੇ ਵਿੱਚ, ਸਾਡੀਆਂ ਕੌਮਾਂ ਦੇ ਵਿੱਚ, ਸਾਡੇ ਧਰਮਾਂ ਦੇ ਵਿੱਚ ਜਿਹੜਾ ਹੈ ਉਹ ਨਾ ਕਲੇਸ਼ ਪਾ ਸਕਣ, ਹੈ ਨਾ। ਇੱਥੇ ਇੱਕ ਗੱਲ ਬੜੀ ਜ਼ਰੂਰੀ ਹੈ, ਸਾਡੇ ਸੰਵਿਧਾਨ ਦੇ ਵਿੱਚ ਇਹ ਕਿਹਾ ਗਿਆ ਕਿ ਸਾਨੂੰ ਕੋਈ ਵੀ ਧਰਮ ਮੰਨਣ ਦੀ ਆਜ਼ਾਦੀ ਹੈਗੀ ਹੈ ਨਾ। ਈਵਨ ਧਾਰਮਿਕ ਕਿਤਾਬਾਂ 'ਚ, ਚਾਹੇ ਭਗਵਦ ਗੀਤਾ ਕਹਿ ਲਓ, ਕੁਰਾਨ ਸ਼ਰੀਫ ਕਹਿ ਲਓ, ਕੁਰਾਨ ਦੇ ਵਿੱਚ ਤਾਂ ਇੱਕ ਬੜੀ ਸਪਸ਼ਟ ਗੱਲ ਕਹੀ ਸੀ, ਤੇਰਾ ਧਰਮ ਤੈਨੂੰ ਮੁਬਾਰਕ, ਮੇਰਾ ਧਰਮ ਮੈਨੂੰ ਮੁਬਾਰਕ। ਬਾਈਬਲ ਦੇ ਵਿੱਚ ਵੀ ਇਹਦੇ ਬਾਰੇ ਕਿਹਾ ਗਿਆ, ਸਾਰੀਆਂ ਕਿਤਾਬਾਂ ਦੇ ਵਿੱਚ ਇਹ ਗੱਲਾਂ ਕਹੀਆਂ ਗਈਆਂ ਨੇ। ਉਹ ਕਹਿੰਦੇ ਕਿ ਅਸੀਂ, ਮੇਰਾ ਖੁਦਾ ਮੇਰਾ ਰਸਤਾ, ਤੁਹਾਡਾ ਖੁਦਾ ਤੁਹਾਡਾ ਰਸਤਾ, ਮੈਂ ਉਹਦੇ 'ਚ ਕੀ ਲੈਣਾ, ਤੁਸੀਂ ਜਿਹਨੂੰ ਮੰਨਦੇ ਹੋ ਮੰਨੋ। ਹਜ਼ਰਤ ਮੁਹੰਮਦ ਸਾਹਿਬ ਬਾਰੇ ਤਾਂ ਇਹੋ ਜਿਹੀਆਂ ਕਈ ਕਹਾਣੀਆਂ ਨੇ ਕਿ ਉਹ ਯਹੂਦੀ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ, ਉਹ ਆਂਢ ਗੁਆਂਢ 'ਚ ਰਹਿੰਦੇ ਸੀ ਨਾ, ਤੇ ਉਹ ਮਤਲਬ ਉਹ ਇੰਨੇ ਸਹਿਣਸ਼ੀਲ ਸੀਗੇ। ਔਰ ਇਹ ਕਹਿਣ ਦਾ ਮਤਲਬ ਕਿ ਧਾਰਮਿਕ ਜਿਹੜੇ ਲੀਡਰ ਸੀਗੇ ਸਾਡੇ, ਗੁਰੂ ਸੀਗੇ, ਪੀਰ ਸੀਗੇ, ਪੈਗੰਬਰ ਸੀਗੇ, ਉਹਨਾਂ ਦੇ ਮਨ 'ਚ ਤਾਂ ਕਦੀ ਸੌੜਾਪਣ ਆਇਆ ਨਹੀਂ। ਅਸੀਂ ਧਰਮਾਂ ਨੂੰ ਮੰਨਣ ਵਾਲੇ, ਸਾਡੇ ਮਨਾਂ 'ਚ ਇੰਨਾ ਸੌੜਾਪਣ ਕਿਉਂ ਆ ਗਿਆ? ਅਸੀਂ ਇਹਨਾਂ ਗੱਲਾਂ 'ਚ ਕਦੇ ਨਹੀਂ ਉਲਝਣਾ। ਤੁਸੀਂ ਮੰਨਦੇ ਹੋ ਆਪਣੇ ਧਰਮ ਨੂੰ, ਮੈਂ ਮੰਨਦਾ ਆਪਣੇ ਧਰਮ ਨੂੰ, ਇਹ ਮੰਨਦੇ ਆਪਣੇ ਧਰਮ ਨੂੰ, ਉਹ ਮੰਨਦਾ ਆਪਣੇ ਧਰਮ ਨੂੰ, ਮੰਨਣ ਦਿਓ। ਔਰ ਇਹੋ ਹੀ ਸ਼ਾਂਤੀ ਦਾ ਮੰਤਰ ਹੈ, ਇਹੋ ਹੀ ਮੂਲ ਮੰਤਰ ਹੈ। ਜੀ ਬਿਲਕੁਲ, ਜਿੰਨੇ ਵੀ ਪੀਰੋ ਪੈਗੰਬਰ ਹੋਏ ਉਹਨਾਂ ਨੇ ਪਿਆਰ ਦਾ ਔਰ ਸਾਂਝਾਂ ਦਾ ਜਿਹੜਾ ਹੈਗਾ, ਉਹ ਪਿਆਰ ਭਾਵਨਾ ਦਾ ਜਿਹੜਾ ਹੈ ਉਹ ਸਾਨੂੰ ਸਬਕ ਦਿੱਤਾ। ਤੇ ਸਾਨੂੰ ਲੱਗਦਾ ਕਿ ਇਹ ਸਬਕ ਦੇ ਚੱਲ ਕੇ ਹੀ ਅਸੀਂ ਜਿਹੜੀਆਂ ਧਰਮਾਂ ਦੇ ਠੇਕੇਦਾਰ ਬਣੇ ਨੇ, ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਸਿਆਸਤਦਾਨਾਂ ਦੀਆਂ ਜਿਹੜੀਆਂ ਮਾੜੀਆਂ ਚਾਲਾਂ, ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਸੋ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲਵਾਂਗਾ ਜੀ। ਬਸ ਇੰਨੀ ਕੁ ਗੱਲ ਆ। ਫਿਰ ਤਰੱਕੀ ਦੇਖੋ ਕਿੰਨੀ ਹੁੰਦੀ ਹੈ। ਅਸੀਂ ਇਹਨਾਂ ਮਸਲਿਆਂ 'ਚ ਉਲਝਣਾ ਬੰਦ ਕਰਦੇ ਹਾਂ। ਤਰੱਕੀ ਦੇਖੋ, ਡਿਵੈਲਪਮੈਂਟ ਦੀ ਸਪੀਡ ਕਿੰਨੀ ਵੱਧਦੀ ਜੀ। ਸੋ ਦਰਸ਼ਕੋ, ਇਹ ਸਨ ਮਸ਼ਹੂਰ ਦਵਾ ਵਿਗਿਆਨੀ ਡਾਕਟਰ ਬਲਵਿੰਦਰ ਸਿੰਘ ਔਲਖ। ਪੇਸ਼ੇ ਤੋਂ ਬੇਸ਼ੱਕ ਇਹ ਇੱਕ ਦਵਾ ਵਿਗਿਆਨੀ ਨੇ, ਪਰ ਚੰਗੇ ਸਮਾਜ ਸੁਧਾਰਕ, ਚੰਗੇ ਸਮਾਜ ਵਿਚਾਰਕ ਨੇ ਇਹ ਔਰ ਇਹਨਾਂ ਦੀਆਂ ਗੱਲਾਂ ਦੇ ਨਾਲ ਜੋ ਹੈ ਸਾਡੇ ਸਮਾਜ ਨੂੰ ਚੰਗੀ ਸੇਧ ਵੀ ਮਿਲ ਸਕਦੀ ਹੈ। ਸੋ ਇਸ ਦੇ ਨਾਲ ਹੀ ਮੈਨੂੰ ਵਰਿੰਦਰ ਨੂੰ ਦਿਓ ਇਜਾਜ਼ਤ। ਅਗਲੀ ਵਾਰ ਇੱਕ ਹੋਰ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ ਹੋਵਾਂਗਾ ਹਾਜ਼ਰ। ਧੰਨਵਾਦ।